क्यों ਜਿਹੜੇ ਸਰਕਾਰੀ ਕਾਲਜਾਂ ਦੀ ਤੁਸੀਂ ਮੁੱਦਾ ਉਠਾਇਆ ਕਿਉਂ ਬੰਦ ਹੋਣ ਜਾਣਗੇ? ਕਦੋਂ ਤੋਂ ਪ੍ਰੋਫੈਸਰਾਂ ਦੀ ਭਰਤੀ ਹੈ ਜਿਹੜੀ ਉਹ ਨਹੀਂ ਹੋ ਰਹੀ? ਕੀ ਕਾਰਨ ਹੈ ਕਿ ਸਰਕਾਰ ਭਰਤੀ ਕਰ ਕਿਉਂ ਨਹੀਂ ਰਹੀ? ਪੰਜਾਬ ਦੇ ਵਿੱਚ 2 ਕਰੋੜ 80 ਲੱਖ ਦੇ ਪਿੱਛੇ 47 ਡਿਗਰੀ ਕਾਲਜ। ਹਰਿਆਣੇ ਦੀ ਆਬਾਦੀ 2.5 ਕਰੋੜ ਹੈ ਔਰ ਹਰਿਆਣੇ ਦੇ ਵਿੱਚ 170 ਡਿਗਰੀ ਕਾਲਜ। ਸਾਡੇ ਗੁਆਂਢ ਬਹੁਤ ਛੋਟਾ ਜਿਹਾ ਇੱਕ ਸੂਬਾ ਹੈ ਜਿਹਦਾ ਨਾਂ ਹੈ ਹਿਮਾਚਲ ਪ੍ਰਦੇਸ਼। ਠੀਕ ਹੈ ਜੀ। ਇਹਦੀ ਆਬਾਦੀ 1 ਕਰੋੜ ਤੋਂ ਘੱਟ ਹੈ। ਠੀਕ ਹੈ। ਉੱਥੇ 94 ਕਾਲਜ। ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਰਕਾਰੀ ਲੈਕਚਰਰ 39 ਨੇ ਜਿਹੜੇ ਡੈਪੂਟੇਸ਼ਨ ਤੇ ਚੰਡੀਗੜ੍ਹ 'ਚ ਬੈਠੇ। ਘਰ ਪੀਣ ਲਈ ਪਾਣੀ ਨਹੀਂ, ਬਾਹਰ ਛਬੀਲ ਲਾਈ ਹੋਈ। ਅਸੀਂ ਬਹੁਤ ਪੰਜਾਬੀ ਕੂਕਦੇ ਹਾਂ। ਪੰਜਾਬੀ ਮਾਂ ਬੋਲੀ, ਪੰਜਾਬੀ ਦਿਹਾੜੇ, ਪੰਜਾਬੀ ਬੋਲੀ, ਗੁਰੂਆਂ ਦੀ ਬੋਲੀ, ਸਾਰਾ ਕੁਝ। 47 ਕਾਲਜਾਂ ਦੇ ਵਿੱਚ ਪੰਜਾਬੀ ਦੇ ਸਿਰਫ 18 ਲੈਕਚਰਾਰ ਨੇ। ਬਹੁਤੇ ਪੰਜਾਬੀ ਮੀਡੀਆ ਦਾ ਜਿਹੜੇ ਮੁੱਦੇ ਨੇ ਉਹ ਸਿੱਧੂ ਮੂਸੇਵਾਲਾ, ਉਹ ਬੇਅੰਤ ਕੌਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਉਹ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪੜ੍ਹੇ ਹੋਏ ਨੇ। ਸਰਕਾਰ ਦਾ ਕਿਉਂ ਧਿਆਨ ਨਹੀਂ ਸਰਕਾਰੀ ਕਾਲਜਾਂ ਵੱਲ? ਅਲਟੀਮੇਟਲੀ ਸਰਕਾਰੀ ਸੰਸਥਾਵਾਂ ਨੂੰ ਤਬਾਹ ਕਰਨਾ। ਔਰ ਸਾਡੀਆਂ ਸਰਕਾਰਾਂ ਇਸ ਗੱਲ ਤੇ ਖੁਸ਼ ਨੇ। ਉਹ ਤਾਂ ਸਾਡੇ ਕਾਲਜਾਂ ਦੇ ਵਿੱਚ ਆਇਲਟਸ ਸੈਂਟਰ ਖੋਲ੍ਹਣ ਦੀਆਂ ਤਿਆਰੀਆਂ ਕਰ ਰਹੇ ਨੇ। ਪੰਜਾਬ ਦੇ ਲੋਕਾਂ ਕੋਲੇ ਸਿਰਫ ਤੇ ਸਿਰਫ 90 ਦਿਨ ਨੇ, ਅਕਤੂਬਰ ਤੱਕ ਦਾ ਸਮਾਂ ਹੈ, ਜੇ ਉਹ ਆਪਦੇ ਕਾਲਜਾਂ ਨੂੰ ਬਚਾ ਸਕਦੇ ਨੇ। ਸਰਕਾਰ ਮੁਨਾਫੇ ਲਈ ਨਹੀਂ ਹੁੰਦੀ, ਪਰ ਸਾਨੂੰ ਇਹ ਲੱਗਣ ਲਾਤਾ ਕਿ ਯਾਰ ਚੀਜ਼ਾਂ 'ਚੋਂ ਘਾਟਾ ਪੈ ਰਿਹਾ। ਤੁਸੀਂ ਇਹ ਦੇਖੋ ਕਿ 1991 ਤੋਂ ਬਾਅਦ ਜਿੰਨੀਆਂ ਨੀਤੀਆਂ ਬਣੀਆਂ ਪਿਛਲੇ 30 ਸਾਲਾਂ 'ਚ, ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਆਮ ਸਧਾਰਨ ਬੰਦੇ ਨੂੰ ਜ਼ਿੰਦਗੀ 'ਚੋਂ ਬਾਹਰ ਕੱਢ ਦੇਣਾ। ਸੜਕਾਂ ਦੇ ਜਾਲ ਇਸ ਤਰ੍ਹਾਂ ਦੇ ਵਿਛਾਏ ਜਾ ਰਹੇ, ਛੋਟਾ ਰੋਡ ਕੋਈ ਨਹੀਂ ਬਣ ਰਿਹਾ। ਪਿੰਡਾਂ ਦੇ ਰੋਡ ਦੀ ਹਾਲਤ ਬਹੁਤ ਮਾੜੀ ਹੈ, ਪਰ ਹਾਈਵੇ ਬਣ ਰਹੇ ਨੇ, ਐਕਸਪ੍ਰੈਸਵੇ ਬਣ ਰਹੇ ਨੇ, ਫਲਾਈਓਵਰ ਬਣ ਰਹੇ ਨੇ। ਮਾੜਾ ਬੰਦਾ ਫਲਾਈਓਵਰ ਤੇ ਕਿਵੇਂ ਚੜ੍ਹ ਜੂ? ਪ੍ਰਾਈਵੇਟ ਸਕੂਲ ਜਿਹੜਾ ਕਿਉਂ ਚੱਲੂਗਾ ਜੇ ਸਰਕਾਰੀ ਕਮਜ਼ੋਰ ਹੋਊਗਾ? ਤੇ ਸਰਕਾਰੀ ਕਮਜ਼ੋਰ ਕਰਨ ਦਾ ਤਰੀਕਾ ਕੀ ਹੈ? ਟੀਚਰ ਘਟਾ ਦਿਓ, ਟੀਚਰਾਂ ਦੇ ਉੱਤੇ ਹੋਰ ਕੰਮਾਂ ਦਾ ਬੋਝ ਪਾ ਦਿਓ। ਰੇਤੇ ਦੀਆਂ ਖੱਡਾਂ, ਸ਼ਰਾਬ ਦੇ ਜਾਂ ਡਿਸਟਿਲਰੀਆਂ ਦੀ ਚੈਕਿੰਗ, ਤੇ ਜਦੋਂ ਇਹਨਾਂ ਨੇ ਬਾਹਰ ਜੰਗਲ ਪਾਣੀ ਜਾਣਾ ਬੰਦ ਕਰਵਾਇਆ ਸੀ ਉਦੋਂ ਉਹਨਾਂ ਦੀ ਚੈਕਿੰਗ ਅਧਿਆਪਕਾਂ ਤੋਂ। ਮਤਲਬ ਐਜੂਕੇਸ਼ਨ 'ਚ ਕੰਮ ਨਹੀਂ ਕਰਨਾ, ਤੁਸੀਂ ਪੜ੍ਹਾਉਣਾ ਨਹੀਂ ਹੈ। ਤੁਸੀਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਤੁਹਾਨੂੰ ਇੱਕ ਮੁੱਦੇ ਤੋਂ ਜਾਣੂ ਕਰਵਾਉਣਾ ਹੈ। ਪੰਜਾਬ ਦੇ ਬਹੁਤੇ ਲੋਕ ਇਸ ਮੁੱਦੇ ਤੋਂ ਜਾਣੂ ਨਹੀਂ, ਪਰ ਮੁੱਦਾ ਬੜਾ ਗੰਭੀਰ ਹੈ। ਪੰਜਾਬ ਲਈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਸਮੱਸਿਆ ਬਣ ਸਕਦਾ। ਤਾਂ ਉਹ ਮੁੱਦਾ ਹੈ ਸਰਕਾਰੀ ਕਾਲਜਾਂ ਦੇ ਖਤਮ ਹੋਣ ਦਾ। ਤੁਸੀਂ ਬੇਸ਼ੱਕ ਸਰਕਾਰੀ ਕਾਲਜਾਂ ਦੀਆਂ ਬਿਲਡਿੰਗਾਂ ਦੇਖ ਰਹੇ ਹੋ, ਹਰ ਇੱਕ ਸ਼ਹਿਰ ਦੇ ਵਿੱਚ ਹੈ, ਪਰ ਇਹ ਸਰਕਾਰੀ ਕਾਲਜਾਂ ਦੇ ਅੰਦਰ ਪ੍ਰੋਫੈਸਰ ਨਹੀਂ ਹੈ, ਲੈਕਚਰਾਰ ਨਹੀਂ ਹੈ। ਜੋ ਲੈਕਚਰਾਰ ਜਾਂ ਪ੍ਰੋਫੈਸਰ ਕੰਮ ਕਰ ਰਹੇ ਹੈ ਉਹ ਗੈਸਟ ਫੈਕਲਟੀ ਵਾਲੇ ਹੈ। ਪੱਕੇ ਪ੍ਰੋਫੈਸਰਾਂ ਦੀ ਭਰਤੀ ਲਗਭਗ 1996 ਤੋਂ ਬੰਦ ਕੀਤੀ ਹੋਈ ਹੈ ਸਰਕਾਰ ਨੇ, ਜਿਸ ਦੇ ਕਾਰਨ ਸਰਕਾਰੀ ਕਾਲਜ ਖਤਮ ਹੋਣ ਕਿਨਾਰੇ ਹੈ। ਇਹਨਾਂ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਕਿਉਂ ਨਹੀਂ ਕੀਤੀ ਜਾਂਦੀ? ਕਿਉਂ ਸਰਕਾਰ ਇਹਨਾਂ ਕਾਲਜਾਂ ਵੱਲ ਧਿਆਨ ਨਹੀਂ ਦੇ ਰਹੀ? ਇਸ ਸਭ ਮੁੱਦੇ 'ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਹਰਮੀਤ ਵਿਦਿਆਰਥੀ ਜੀ, ਜੋ ਇਸ ਵਿਸ਼ੇ ਦੇ ਉੱਤੇ ਕੰਮ ਕਰ ਰਹੇ ਨੇ। ਹਰਮੀਤ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਮਨਿੰਦਰ ਜੀ। ਹਰਮੀਤ ਜੀ, ਸਭ ਤੋਂ ਪਹਿਲਾਂ ਸਾਡਾ ਸਵਾਲ ਹੈ ਕਿ ਕਿਉਂ ਜਿਹੜੇ ਸਰਕਾਰੀ ਕਾਲਜਾਂ ਦੀ ਤੁਸੀਂ ਮੁੱਦਾ ਉਠਾਇਆ ਕਿਉਂ ਬੰਦ ਹੋਣ ਜਾਣਗੇ? ਕਦੋਂ ਤੋਂ ਪ੍ਰੋਫੈਸਰਾਂ ਦੀ ਭਰਤੀ ਹੈ ਜਿਹੜੀ ਉਹ ਨਹੀਂ ਹੋ ਰਹੀ? ਕੀ ਕਾਰਨ ਹੈ ਕਿ ਸਰਕਾਰ ਭਰਤੀ ਕਰ ਕਿਉਂ ਨਹੀਂ ਰਹੀ?
ਮਨਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਲੋਕ ਆਵਾਜ਼ ਟੀਵੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਆਪਣੇ ਨਾਂ ਦੇ ਮੁਤਾਬਕ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਚੱਕਣ ਦਾ ਯਤਨ ਕੀਤਾ। ਜਦੋਂ ਇਸ ਵੇਲੇ ਬਹੁਤੇ ਪੰਜਾਬੀ ਮੀਡੀਆ ਦਾ ਜਿਹੜੇ ਮੁੱਦੇ ਨੇ ਉਹ ਸਿੱਧੂ ਮੂਸੇਵਾਲਾ, ਉਹ ਬੇਅੰਤ ਕੌਰ ਹੈ, ਉਹ ਸਿੱਧੂ ਵਰਸਸ ਕੈਪਟਨ ਹੈ, ਉਸ ਵੇਲੇ ਤੁਸੀਂ ਪੰਜਾਬ ਦੀ ਹਾਇਰ ਐਜੂਕੇਸ਼ਨ ਦੀ ਗੱਲ ਕਰ ਰਹੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪੰਜਾਬ ਦੇ ਵਿੱਚ ਇਸ ਵੇਲੇ 47 ਸਰਕਾਰੀ ਕਾਲਜ ਨੇ। ਠੀਕ ਹੈ ਜੀ। ਪੰਜਾਬ ਦੀ ਆਬਾਦੀ ਹੈਗੀ ਹੈ ਰਾਉਂਡ ਅਬਾਊਟ 2 ਕਰੋੜ 80 ਲੱਖ ਦੀ। ਠੀਕ ਹੈ। 47 ਕਾਲਜ ਨੇ, 48 ਸੀਗੇ। ਇੱਕ ਕਾਲਜ ਪਿਛਲੇ ਦਿਨੀ ਹੀ ਗੁਰੂ ਗੋਬਿੰਦ ਸਿੰਘ ਡਿਗਰੀ ਸਰਕਾਰੀ ਕਾਲਜ ਜੰਡਿਆਲਾ ਮੰਝਕੀ, ਠੀਕ ਹੈ ਜੀ, ਉਹ ਸਰਕਾਰ ਨੇ ਆਪਦੇ ਗਲੋਂ ਲਾ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇ ਦਿੱਤਾ। ਠੀਕ ਹੈ ਜੀ। ਪੰਜਾਬ ਦੇ ਵਿੱਚ 2 ਕਰੋੜ 80 ਲੱਖ ਦੇ ਪਿੱਛੇ 47 ਡਿਗਰੀ ਕਾਲਜ ਨੇ। 2 ਕਰੋੜ 80 ਲੱਖ। ਜੀ। ਠੀਕ ਹੈ ਜੀ। ਇਹਦੇ ਮੁਕਾਬਲਤਨ ਹਰਿਆਣੇ ਦੀ ਆਬਾਦੀ 2.5 ਕਰੋੜ ਹੈ ਠੀਕ ਹੈ ਜੀ। ਔਰ ਹਰਿਆਣੇ ਦੇ ਵਿੱਚ 170 ਡਿਗਰੀ ਕਾਲਜ ਨੇ। 170 ਸਰਕਾਰੀ ਡਿਗਰੀ ਕਾਲਜ। ਸਰਕਾਰੀ ਡਿਗਰੀ ਕਾਲਜ। ਠੀਕ ਹੈ ਜੀ। ਸਾਡੇ ਗੁਆਂਢ ਬਹੁਤ ਛੋਟਾ ਜਿਹਾ ਇੱਕ ਸੂਬਾ ਹੈ ਜਿਹਦਾ ਨਾਂ ਹੈ ਹਿਮਾਚਲ ਪ੍ਰਦੇਸ਼। ਠੀਕ ਹੈ ਜੀ। ਇਹਦੀ ਆਬਾਦੀ 1 ਕਰੋੜ ਤੋਂ ਘੱਟ ਹੈ। ਠੀਕ ਹੈ ਜੀ। ਉੱਥੇ 94 ਕਾਲਜ ਨੇ ਸਰਕਾਰੀ। ਸਾਡੇ ਨਾਲੋਂ ਦੁੱਗਣੀ। ਸਾਡੇ ਨਾਲੋਂ ਦੁੱਗਣੀ। ਆਬਾਦੀ ਸਾਡੇ ਨਾਲੋਂ ਤੀਜਾ ਹਿੱਸਾ। ਤੀਜਾ ਹਿੱਸਾ। ਠੀਕ ਹੈ। ਇਹ ਹੈ ਇੱਕ ਤੇ ਓਵਰਆਲ ਜਿਹੜਾ ਦ੍ਰਿਸ਼ ਹੈ। ਠੀਕ ਹੈ ਜੀ। ਹੁਣ ਅੱਗੇ ਦ੍ਰਿਸ਼ ਇਹ ਹੈ ਕਿ ਇਹਨਾਂ ਕਾਲਜਾਂ ਦੀ ਅੱਗੋਂ ਕੀ ਹਾਲਤ ਹੈ। ਹਾਂਜੀ। 1990 ਦੇ ਵਿੱਚ ਇਹਨਾਂ ਕਾਲਜਾਂ ਦੇ ਵਿੱਚ ਰਾਉਂਡ ਅਬਾਊਟ ਹਾਂਜੀ। 1873 ਪੋਸਟਾਂ ਲੈਕਚਰਰਾਂ ਦੀਆਂ ਸੀਗੀਆਂ। 1873 ਲੈਕਚਰਰ ਕੰਮ ਕਰਦੇ। 1993 ਤੋਂ ਬਾਅਦ 1990-91 ਤੋਂ ਬਾਅਦ ਹਾਂਜੀ। ਹੁਣ ਆ ਗਿਆ ਸਨ 2021। 30 ਸਾਲ ਦੇ ਲਗਭਗ। 30 ਸਾਲ ਦੇ ਲਗਭਗ। ਇਸ ਵੇਲੇ ਪੋਸਟਾਂ ਉਨੀਆਂ ਹੀ ਨੇ। ਹਾਂਜੀ। 1873। ਠੀਕ ਹੈ ਜੀ। ਆਬਾਦੀ ਵੱਧ ਗਈ, ਆਬਾਦੀ ਵਧੀ ਗਈ। ਕੋਰਸਸ ਵੱਧ ਗਏ, ਵਧੀ ਗਈ। ਐਡਮਿਸ਼ਨਾਂ ਵੱਧ ਗਈਆਂ, ਬਿਲਕੁਲ। ਪਰ ਪੋਸਟਾਂ ਉਹ ਨਹੀਂ ਆਉਂਦਾ। 1873। ਹਾਂਜੀ। ਪਰ ਐਕਚੁਅਲ ਪੋਜੀਸ਼ਨ ਕੀ ਹੈ? ਇਸ ਵੇਲੇ 1873 ਦੇ ਵਿੱਚੋਂ 1550 ਪੋਸਟ ਖਾਲੀ ਪਈ ਹੈ। 1550 ਪੋਸਟ। 300 ਪੋਸਟ ਤੇ ਪ੍ਰੋਫੈਸਰ। 347 ਪੋਸਟਾਂ ਤੇ ਪ੍ਰੋਫੈਸਰ ਕੰਮ ਕਰ ਰਹੇ ਨੇ। ਠੀਕ ਹੈ ਜੀ। 347 ਦੇ ਵਿੱਚੋਂ ਵੀ ਤੁਸੀਂ ਬੜੇ ਹੈਰਾਨ ਹੋਵੋਗੇ, ਘਰ ਪੀਣ ਲਈ ਪਾਣੀ ਨਹੀਂ, ਬਾਹਰ ਛਬੀਲ ਲਾਈ ਹੋਈ ਹੈ। ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਰਕਾਰੀ ਲੈਕਚਰਰ 39 ਨੇ ਜਿਹੜੇ ਡੈਪੂਟੇਸ਼ਨ ਤੇ ਚੰਡੀਗੜ੍ਹ 'ਚ ਬੈਠੇ। ਮਤਲਬ ਆਪਦੇ ਸੂਬੇ ਕੋਲੇ ਲੈਕਚਰਰ ਜਾਂ ਪ੍ਰੋਫੈਸਰ ਨਹੀਂ ਆ ਤੇ ਦੂਜਿਆਂ ਨੂੰ ਦਿੱਤੇ ਹੋਏ। ਦੂਜਿਆਂ ਨੂੰ ਦਿੱਤੇ ਹੋਏ ਨੇ। ਇੱਕ ਇਹ ਤਾਂ ਹੋ ਗਈ ਇੱਕ ਸਥਿਤੀ। ਠੀਕ ਹੈ ਜੀ। 39 ਉੱਥੇ ਚਲੇ ਗਏ, ਬਾਕੀ ਰਹਿ ਗਏ 308। ਹਾਂਜੀ। 9 ਕਾਲਜ ਐਸੇ ਹੈ ਜਿਹੜੇ ਸ਼ਹਿਰੀ ਇਲਾਕਿਆਂ ਦੇ ਕਾਲਜ ਹੈ। ਅੰਮ੍ਰਿਤਸਰ ਹੈ, ਲੁਧਿਆਣਾ ਹੈ, ਮੋਹਾਲੀ ਹੈ। ਹਾਂਜੀ। ਹੈ ਇਹਨਾਂ ਕਾਲਜਾਂ ਦੇ ਵਿੱਚ ਇਹਨਾਂ 308 ਦੇ ਵਿੱਚੋਂ ਹਾਂਜੀ। 170 ਲੈਕਚਰਰ ਕੰਮ ਕਰ ਰਹੇ ਆ। ਆ ਤੋਂ ਉੱਪਰ ਜੇ ਸੀ ਗੱਲ। ਆਹ ਤੋਂ ਉੱਪਰ ਸਿਰਫ 9 ਦੇ ਵਿੱਚ ਹੈ। ਆ ਦੇ ਵਿੱਚ ਤੇ 22 ਜ਼ਿਲ੍ਹੇ ਆ ਮਤਲਬ ਜਦੋਂ। ਦੂਜੀ ਗੱਲ ਇਹ ਕਿ ਉਹ 9 ਦੇ ਵਿੱਚ ਅੱਧ ਤੋਂ ਵੱਧ ਹੋਣ ਦਾ ਮਤਲਬ ਇਹ ਨਹੀਂ ਕਿ ਉੱਥੇ ਹਾਲਤ ਕੋਈ ਬਹੁਤ ਵਧੀਆ ਹੈ। ਠੀਕ ਹੈ। ਉੱਥੇ ਵੀ ਜੇ 125 ਪੋਸਟ ਹੈ ਤਾਂ 20 ਬੰਦੇ ਕੰਮ ਕਰ ਰਹੇ ਹੈ। ਜੇ 125 ਪੋਸਟ। ਮੰਨ ਲਓ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਹਾਂਜੀ। ਸਰਕਾਰੀ ਕਾਲਜ ਲੁਧਿਆਣੇ ਦੇ ਵਿੱਚ ਹਾਂਜੀ। 132 ਪੋਸਟਾਂ ਨੇ। ਠੀਕ ਹੈ ਜੀ। ਉੱਥੇ ਕੰਮ ਕਰ ਰਹੇ ਨੇ 28 ਬੰਦੇ। 104 ਪੋਸਟਾਂ ਵੈਕੈਂਟ ਪਈਆਂ ਉੱਥੇ ਵੀ ਓਵਰਆਲ 9 ਕਾਲਜਾਂ ਦੇ ਵਿੱਚ 170 ਬੰਦੇ। ਬਾਕੀ ਰਹਿ ਗਏ 38 ਕਾਲਜ। ਹਾਂਜੀ। 38 ਕਾਲਜਾਂ ਦੇ ਵਿੱਚ 138 ਲੈਕਚਰਰ ਕੰਮ ਕਰ ਰਹੇ। 38 ਕਾਲਜ 138 ਲੈਕਚਰਰ, ਐਵਰੇਜ 4 ਆਉਂਦੀ ਹੈ। ਪਰ ਅੱਗੇ ਇਹਦੀ ਕੀ ਪੋਜੀਸ਼ਨ ਹੈ? ਇਹਦੀ ਆਪਣੀ ਇੱਕ ਬਾਈਫਰਕੇਸ਼ਨ ਵੀ ਹੈ ਨਾ, ਵੰਡ ਹੈ। ਪੰਜਾਬ ਦੇ ਵਿੱਚ 11 ਇਹੋ ਜਿਹੇ ਕਾਲਜ ਨੇ ਸਰਕਾਰੀ ਕਾਲਜ। ਠੀਕ ਹੈ ਜੀ।
ਆਪਾਂ ਕਨਸਟੀਟਿਊਐਂਟ ਕਾਲਜਾਂ ਦੀ ਗੱਲ ਬਾਅਦ ਚ ਕਰਾਂਗੇ। 11 ਕਾਲਜ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਵੀ ਪਰਮਾਨੈਂਟ ਲੈਕਚਰਰ ਨਹੀਂ ਹੈ। 11 ਕਾਲਜਾਂ ਦੇ ਵਿੱਚ 10 ਕਾਲਜ ਐਸੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਪਰਮਾਨੈਂਟ ਲੈਕਚਰਰ ਫੀ ਕਾਲਜ ਹੈ। 6 ਕਾਲਜ ਐਸੇ ਹੈ ਜਿਨ੍ਹਾਂ ਦੇ ਵਿੱਚ 2 ਪਰਮਾਨੈਂਟ ਕਾਲਜ ਲੈਕਚਰਰ ਨੇ। ਇਹ ਹੈ ਹਾਲਤ। ਇਸ ਤੋਂ ਅੱਗੇ ਇੱਕ ਹੋਰ ਸਥਿਤੀ ਦਾ ਜਦੋਂ ਅਸੀਂ ਇਹਨੂੰ ਐਨਾਲਿਸਿਸ ਕਰਦੇ ਹਾਂ ਸਬਜੈਕਟ ਵਾਈਜ਼, ਤਾਂ ਮੈਂ ਸਿਰਫ ਇੱਕ ਸਬਜੈਕਟ ਦੀ ਗੱਲ ਕਰੂੰਗਾ। ਠੀਕ ਹੈ ਜੀ। 25 ਦੇ ਕਰੀਬ ਸਬਜੈਕਟ ਤਾਂ ਇਹੋ ਜਿਹੇ ਜਿਨ੍ਹਾਂ ਦਾ ਕੋਈ ਲੈਕਚਰਰ ਹੀ ਹੈ ਨਹੀਂ। 25 ਦੇ ਕਰੀਬ ਸਬਜੈਕਟ ਕੋਈ ਲੈਕਚਰਰ ਨਹੀਂ ਹੈ ਪਰਮਾਨੈਂਟ। ਅਸੀਂ ਬਹੁਤ ਪੰਜਾਬੀ ਕੂਕਦੇ ਹਾਂ, ਪੰਜਾਬੀ ਮਾਂ ਬੋਲੀ, ਪੰਜਾਬੀ ਦਿਹਾੜੇ, ਪੰਜਾਬੀ ਬੋਲੀ, ਗੁਰੂਆਂ ਦੀ ਬੋਲੀ, ਸਾਰਾ ਕੁਝ। ਸਹੀ ਹੈ ਜੀ। 47 ਕਾਲਜਾਂ ਦੇ ਵਿੱਚ ਪੰਜਾਬੀ ਦੇ ਸਿਰਫ 18 ਲੈਕਚਰਰ ਨੇ। ਸਿਰਫ 18 ਪੜ੍ਹਾ ਲਓ ਪੰਜਾਬੀ। ਇਹ ਹੈ ਹਾਲਤ। ਇਹਦੇ ਨਾਲ ਕਾਲਜ ਦੇ ਵਿੱਚ ਲਾਇਬ੍ਰੇਰੀ ਜ਼ਰੂਰੀ ਹੈ। 50 ਪੋਸਟਾਂ ਨੇ ਜੀ ਲਾਇਬ੍ਰੇਰੀਜ਼ ਦੀਆਂ, 50 ਪੋਸਟਾਂ ਨੇ ਜਿਹਦੇ ਵਿੱਚੋਂ 15 ਦੇ ਕਰੀਬ ਪਰਮਾਨੈਂਟ ਲਾਇਬ੍ਰੇਰੀਅਨ ਨੇ, 35 ਪੋਸਟਾਂ ਉਹ ਵੀ ਖਾਲੀ ਪਈਆਂ। ਇਹ ਹੈ ਹਾਲਤ ਜਿਹਦੇ 'ਚ ਪੰਜਾਬ ਦੇ ਸਰਕਾਰੀ ਕਾਲਜ ਜਿਹੜੇ ਨੇ ਚੱਲ ਰਹੇ ਨੇ। ਇਹ ਹੈ ਮਸਲਾ। ਅਸੀਂ ਇੱਕ ਤੁਹਾਡੇ ਤੋਂ ਸਵਾਲ ਕਰਨਾ ਹੈ, ਮਾਫ ਕਰਿਓ, ਆਪਾਂ ਗੱਲਬਾਤ ਕਰ ਰਹੇ ਸੀ। ਤੁਹਾਡਾ ਪੇਸ਼ਾ ਤਾਂ ਪਟਵਾਰੀ ਹੈ, ਕਨਗੋ ਰਿਟਾਇਰ ਹੋਏ ਹੋ। ਇੱਧਰ ਕਿੱਧਰ ਲੈਕਚਰਾਂ ਵਾਲੇ ਪਾਸੇ, ਕਾਲਜਾਂ ਵਾਲੇ ਪਾਸੇ ਧਿਆਨ ਫਿਰ ਕਿਵੇਂ ਗਿਆ? ਮਨਿੰਦਰ ਜੀ, ਮੈਂ ਇਹ ਠੀਕ ਹੈ ਕਿ ਮੈਂ ਕੋਈ ਅਕੈਡਮੀਸ਼ੀਅਨ ਨਹੀਂ ਆ, ਐਜੂਕੇਸ਼ਨ ਨਾਲ ਐਜ਼ ਸੱਚ ਸਿੱਧਾ ਕੋਈ ਰਾਬਤਾ ਨਹੀਂ ਹੈ। ਮੈਂ ਅਸਲ ਦੇ ਵਿੱਚ ਇਹ ਕੰਮ ਸ਼ੁਰੂ ਹੋ ਗਿਆ ਸੀ ਥੋੜ੍ਹਾ ਜਿਹਾ ਨਾਨ ਸੀਰੀਅਸਲੀ। ਮੇਰੇ ਜ਼ਿਲ੍ਹੇ ਦੇ ਵਿੱਚ 3 ਕਾਲਜ ਨੇ, ਜਿਸ 'ਚ 2 ਕਨਸਟੀਟਿਊਐਂਟ ਕਾਲਜ ਨੇ, ਇੱਕ ਡਿਗਰੀ ਕਾਲਜ ਹੈ। ਮੋਹਨ ਕੇ ਉਤਾੜ ਊਧਮ ਸਿੰਘ, ਸ਼ਹੀਦ ਊਧਮ ਸਿੰਘ ਕਾਲਜ ਹੈ, ਉਹ ਪੰਜਾਬ ਯੂਨੀਵਰਸਿਟੀ ਦਾ ਕਨਸਟੀਟਿਊਐਂਟ ਕਾਲਜ ਹੈ। ਇੱਥੇ ਸਾਡੇ ਮੋਹਕਮ ਵਾਲੇ ਇੱਕ ਨਵਾਂ 4 ਸਾਲ ਤੋਂ ਕਾਲਜ ਖੁੱਲ੍ਹਿਆ, ਉਹ ਕਨਸਟੀਟਿਊਐਂਟ ਕਾਲਜ ਹੈ। ਜੀਰੇ ਜਿਹੜਾ ਸਰਕਾਰੀ ਕਾਲਜ ਹੈ। ਇਹ 3 ਕਾਲਜ ਨੇ। ਇਹ 3 ਕਾਲਜਾਂ 'ਚ ਇੱਕ ਵੀ ਪਰਮਾਨੈਂਟ ਲੈਕਚਰਰ ਨਹੀਂ ਹੈ। ਮੈਂ ਸਿਰਫ ਆਪਦੇ ਸ਼ਹਿਰ ਦੇ ਆਪਦੇ ਜ਼ਿਲ੍ਹੇ ਦੇ ਇਹਨਾਂ ਕਾਲਜਾਂ ਦੀ ਸਥਿਤੀ ਦੀ ਇੱਕ ਪੋਸਟ ਫੇਸਬੁੱਕ ਤੇ ਪਾਈ ਸੀ। ਠੀਕ ਹੈ ਜੀ। ਉਹਦਾ ਮੈਨੂੰ ਹੁੰਗਾਰਾ ਬਹੁਤ ਵਧੀਆ ਮਿਲਿਆ। ਠੀਕ ਹੈ। ਦੋਸਤਾਂ ਮਿੱਤਰਾਂ ਨੇ ਕਿਹਾ ਵੀ ਯਾਰ ਇਹ ਇਸ਼ੂ ਉਠਾਉਣ ਵਾਲਾ ਹੈ। ਮਤਲਬ ਜਿਹੜੀ ਪਹਿਲੀ ਪੋਸਟ ਸੀ ਉਹਦੀਆਂ ਸਿਰਫ 7 ਕੁ ਸਤਰਾਂ ਸੀ ਵੀ ਆਹ ਕਾਲਜ ਨੇ, ਇਹਨਾਂ 'ਚ ਲੈਕਚਰਰ ਨਹੀਂ ਹੈਗਾ ਕੋਈ। ਮਤਲਬ ਇੰਨੀ ਕੀ ਗੱਲ ਸੀ, ਇਨਫੋਰਮੇਸ਼ਨ ਸੀ। ਦੋਸਤਾਂ ਮਿੱਤਰਾਂ ਨੇ ਜਦੋਂ ਕਿਹਾ ਤੇ ਮੈਂ ਤੇ ਕੰਮ ਕਰਨ ਲੱਗਿਆ। ਮੈਂ ਬਰਜਿੰਦਰਾ ਕਾਲਜ ਫਰੀਦਕੋਟ ਬਾਰੇ ਕੀਤਾ, ਮੈਂ ਰਜਿੰਦਰਾ ਕਾਲਜ ਬਠਿੰਡਾ ਬਾਰੇ ਕੀਤਾ। ਪਰ ਜਿਵੇਂ ਜਿਵੇਂ ਮੈਂ ਕੰਮ ਕਰਦਾ ਗਿਆ ਮੈਨੂੰ ਇੱਕ ਤਾਂ ਉਹਦੇ 'ਚ ਮਜ਼ਾ ਆਉਣ ਲੱਗ ਪਿਆ ਕੰਮ ਕਰਨ 'ਚ, ਕਿਉਂਕਿ ਕਹਾਣੀਆਂ ਬਹੁਤ ਕਮਾਲ ਦੀਆਂ ਨਿਕਲਦੀਆਂ। ਜਦੋਂ ਤੁਸੀਂ ਕਿਸੇ ਸੰਸਥਾ ਦੇ ਇਤਿਹਾਸ ਵਿੱਚ ਜਾਂਦੇ ਹੋ, ਮਤਲਬ ਕਿੰਨੇ ਕੁ ਲੋਕ ਜਾਣਦੇ ਨੇ ਪੰਜਾਬ ਦੇ ਕਿ ਉਰਦੂ ਦਾ ਬਹੁਤ ਵੱਡਾ ਸ਼ਾਇਰ ਮੁਨੀਰ ਨਿਆਜ਼ੀ ਉਹ ਸਰਕਾਰੀ ਕਾਲਜ ਹੁਸ਼ਿਆਰਪੁਰ ਦਾ ਪੜ੍ਹਿਆ ਹੋਇਆ, ਜਾਂ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪੜ੍ਹੇ ਹੋਏ ਨੇ। ਕਿੰਨਿਆਂ ਕੁ ਨੂੰ ਪਤਾ ਹੈ ਕਿ ਹੁਸ਼ਿਆਰਪੁਰ ਸਰਕਾਰੀ ਕਾਲਜ 1947 ਤੋਂ ਬਾਅਦ ਜਦੋਂ ਪੰਜਾਬ ਯੂਨੀਵਰਸਿਟੀ ਇੱਧਰ ਸ਼ਿਫਟ ਹੋ ਰਹੀ ਸੀ ਤਾਂ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਕੈਂਪਸ ਸਰਕਾਰੀ ਕਾਲਜ ਹੁਸ਼ਿਆਰਪੁਰ ਬਣਿਆ ਸੀ। ਜਾਂ ਕਿੰਨੇ ਕੁ ਲੋਕਾਂ ਨੂੰ ਪਤਾ ਹੈ ਕਿ ਰਜਿੰਦਰਾ ਕਾਲਜ ਬਠਿੰਡਾ ਦਾ ਇੱਕ ਵਿਦਿਆਰਥੀ ਹੀ ਉੱਥੋਂ ਦਾ ਪਹਿਲਾ ਪ੍ਰੋਫੈਸਰ ਬਣਿਆ ਸੀ। ਉੱਥੋਂ ਦਾ ਇੱਕ ਵਿਦਿਆਰਥੀ ਉੱਥੋਂ ਦਾ ਪ੍ਰੋਫੈਸਰ ਬਣਿਆ, ਪ੍ਰੋਫੈਸਰ ਕਰਮ ਸਿੰਘ, ਜਿਹਦੀ ਬਹੁਤ ਦੇਣ ਹੈ ਰਜਿੰਦਰਾ ਕਾਲਜ ਦੇ ਵਿੱਚ। ਜਾਂ ਕਿਹਨੂੰ ਪਤਾ ਹੈ ਕਿ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਢੁੱਡੀਕੇ ਜਿਹੜਾ ਹੈ ਉਹਦੇ ਲਈ ਜ਼ਮੀਨ ਜਿਹੜੀ ਹੈ ਇੱਕ ਅਨਪੜ੍ਹ ਜ਼ਿਮੀਂਦਾਰ ਬਚਨ ਸਿੰਘ ਨੇ ਦਿੱਤੀ ਸੀ, ਜਿਹੜਾ ਆਪ ਛੋਟਾ ਜ਼ਿਮੀਂਦਾਰ ਸੀ, ਜਿਹਦੇ ਕੋਲੇ ਵੀ 20 ਕਿੱਲੇ ਜ਼ਮੀਨ ਸੀ। ਅਤੇ ਜਦੋਂ ਸਰਕਾਰ ਨੇ ਕਿਹਾ ਵੀ ਕਾਲਜ ਅਸੀਂ ਬਣਾ ਦਿਆਂਗੇ, ਸਾਨੂੰ ਜ਼ਮੀਨ ਚਾਹੀਦੀ ਹੈ,
ਤਾਂ ਉਸ ਅਨਪੜ੍ਹ ਜ਼ਿਮੀਂਦਾਰ ਦੇ ਮਨ ਵਿੱਚ ਵਿੱਦਿਆ ਪ੍ਰਦਾ ਕਿੰਨਾ ਇਸ਼ਕ ਹੋਊਗਾ ਕਿ ਉਹਨੇ ਆਪਦੀ ਅੱਧੀ ਜ਼ਮੀਨ ਉਹ ਕਾਲਜ ਨੂੰ ਦੇ ਦਿੱਤੀ। ਉਸੇ ਕਾਲਜ ਚੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਗੁਰਬਖਸ਼ ਸਿੰਘ ਮੱਲੀ ਹੋਰੀ ਪੜ੍ਹੇ ਹੋਏ ਆ। ਇਹ ਜਦੋਂ ਇਹ ਖੋਜ ਕਰਦੇ ਗਏ, ਜਦੋਂ ਇਹ ਪੜ੍ਹਦੇ ਤਾਂ ਚੰਗਾ ਲੱਗਾ, ਆਪ ਨੂੰ ਵੀ ਚੰਗਾ ਲੱਗਾ, ਆਪ ਦੀ ਇੱਕ ਸਮਝ ਬਣਨ ਲੱਗੀ। ਮਤਲਬ ਤੁਸੀਂ ਗੱਲ ਕੀਤੀ ਕਿ ਮੈਂ ਪਟਵਾਰੀ ਸੀ, ਕਾਨੂੰਗੋ ਸੀ, ਮੇਰਾ ਕੀ ਲਿੰਕ। ਮੈਂ ਤੁਹਾਨੂੰ ਇੱਕ ਪੁਰਾਣੀ ਉਦਾਹਰਨ ਦਿੰਦਾ। ਸਨਮਤੀ ਦੇਵੀ ਸਾਇੰਸ ਕਾਲਜ ਹੈ ਜਗਰਾਉਂ, ਠੀਕ ਹੈ ਜੀ। ਇਹ ਲਛਮਣ ਸਿੰਘ ਗਿੱਲ ਹੋਰਾਂ ਨੇ ਬਣਾਇਆ ਸੀ। ਠੀਕ ਹੈ, ਨਾਰਥ ਇੰਡੀਆ ਦਾ ਇਹ ਪਹਿਲਾ ਸਾਇੰਸ ਕਾਲਜ ਹੈ। ਠੀਕ ਹੈ, ਇੱਕੋ ਇੱਕ। ਇਹ ਕਾਲਜ ਲਛਮਣ ਸਿੰਘ ਗਿੱਲ ਹੋਰਾਂ ਦੀ ਸਰਕਾਰ ਜਾਣ ਤੋਂ ਬਾਅਦ ਵਿਰੋਧੀਆਂ ਨੂੰ ਲੱਗਿਆ ਵੀ ਜੇ ਇਹ ਕਾਲਜ ਰਿਹਾ ਤੇ ਲਛਮਣ ਸਿੰਘ ਗਿੱਲ ਦਾ ਨਾਂ ਤੇ ਸਦਾ ਲਈ ਹੋਊਗਾ, ਇਹਨੂੰ ਬੰਦ ਕਰਾਇਆ ਜਾਵੇ। ਇਸ ਗੱਲ ਦੀ ਭਿਣਕ ਜਗਰਾਉਂ ਸ਼ਹਿਰ ਦੇ ਇੱਕ ਰੋਡਵੇਜ ਮੁਲਾਜ਼ਮ ਗੁਰਦੀਪ ਸਿੰਘ ਮੋਤੀ ਦੇ ਕੰਨ 'ਚ ਪੈ ਗਈ। ਗੁਰਦੀਪ ਸਿੰਘ ਮੋਤੀ ਰੋਡਵੇਜ ਦਾ ਮੁਲਾਜ਼ਮ ਸੀ, ਰੋਡਵੇਜ ਦੇ ਕਾਮਿਆਂ ਦਾ ਲੀਡਰ ਸੀ ਜਾਂ ਉਹਨਾਂ ਦਾ ਸਰਗਰਮ ਵਰਕਰ ਸੀ ਉਸ ਦੌਰ 'ਚ। ਉਹਨੂੰ ਲੱਗਿਆ ਵੀ ਜੇ ਇਹ ਕਾਲਜ ਬੰਦ ਹੋ ਗਿਆ ਤੇ ਸਾਡੇ ਆਲੇ ਦੁਆਲੇ ਪਿੰਡਾਂ ਦੇ ਬੱਚਿਆਂ ਦਾ ਤਾਂ ਕੱਖ ਨਹੀਂ ਰਹਿਣਾ। ਉਸ ਬੰਦੇ ਦਾ ਕੋਈ ਤਾਲੁਕ ਨਹੀਂ ਐਜੂਕੇਸ਼ਨ ਨਾਲ, ਅਦਰਵਾਈਜ਼ ਗੁਰਦੀਪ ਸਿੰਘ ਮੋਤੀ ਉਹਦਾ ਨਾਂ ਸੀ। ਅੱਜ ਕੱਲ੍ਹ ਉਹ ਰਿਟਾਇਰਡ ਹੈ, ਜਗਰਾਉਂ ਹੀ ਰਹਿੰਦੇ। ਔਰ ਉਸ ਬੰਦੇ ਨੇ ਲਾਮਬੰਦੀ ਕੀਤੀ, ਲੋਕਾਂ ਨੂੰ ਇਕੱਠਿਆਂ ਕੀਤਾ ਔਰ ਉਹ ਕਾਲਜ ਬੰਦ ਹੋਣ ਤੋਂ ਬਚਾਇਆ। ਸੰਸਥਾਵਾਂ ਕੱਲੀਆਂ ਸਰਕਾਰੀ ਉਹਦੇ ਨਾਲ ਨਹੀਂ ਚੱਲਦੀਆਂ, ਲੋਕਾਂ ਦੇ ਸਰੋਕਾਰ ਉਹਦੇ ਨਾਲ ਜੁੜੇ ਹੁੰਦੇ ਆ। ਇਹ ਹੈ ਮਸਲਾ। ਇਸ ਕਰਕੇ ਮਤਲਬ ਮੈਂ ਇਹ ਕੰਮ ਕਰਦਾ ਗਿਆ। ਪਹਿਲਾਂ ਥੋੜ੍ਹੀ ਨਿਰਾਸ਼ਤਾ ਹੋਣੀ ਕਿ ਉਸ ਪੱਧਰ ਦਾ ਹੁੰਗਾਰਾ ਨਹੀਂ ਮਿਲ ਰਿਹਾ। ਫਿਰ ਜਦੋਂ ਸਟੂਡੈਂਟਸ ਮਿਲਣੇ ਕਿਸੇ ਫੰਕਸ਼ਨ 'ਤੇ, ਕਿਸੇ ਸੈਮੀਨਾਰ 'ਤੇ, ਤਾਂ ਉਹਨਾਂ ਨੇ ਕਹਿਣਾ ਕਿ ਅਸੀਂ ਤੁਹਾਨੂੰ ਪੜ੍ਹ ਰਹੇ ਹਾਂ, ਚੰਗਾ ਲੱਗਣਾ। ਹੌਲੀ ਹੌਲੀ ਮਤਲਬ ਇਹ ਮੁੱਦਾ ਬਣਦਾ ਗਿਆ। ਪਿਛਲੇ ਦਿਨੀ ਜਿਹੜੇ ਲੋਕ ਜਿਹੜੇ ਕੁਆਲੀਫਿਕੇਸ਼ਨ ਪੂਰੀ ਕਰ ਚੁੱਕੇ ਹੈ, ਜਿਹੜੇ ਲੋਕ ਟੈਟ ਪਾਸ ਹੈ, ਨੈਟ ਪਾਸ ਹੈ, ਉਹਨਾਂ ਨੇ ਫਿਰ ਇਸ ਮੁੱਦੇ ਨੂੰ ਆਪਣੇ ਹੱਥ 'ਚ ਲਿਆ ਅਤੇ ਪਰਸੋਂ ਦੇ ਦਿਨ ਉਹਨਾਂ ਨੇ ਪਟਿਆਲੇ, ਚੰਡੀਗੜ੍ਹ, ਪੰਜ ਚਾਰ ਹੋਰ ਥਾਵਾਂ ਦੇ ਉੱਤੇ ਆਪਣੀਆਂ ਡਿਗਰੀਆਂ ਦੀਆਂ ਫੋਟੋ ਕਾਪੀਆਂ ਫੂਕ ਕੇ ਆਪਣਾ ਮੁਜ਼ਾਹਰਾ ਕੀਤਾ ਔਰ ਉਹ ਅਗਲੇ ਸੰਘਰਸ਼ ਦੀ ਤਿਆਰੀ ਕਰ ਰਹੇ ਹੈ। ਚੰਗਾ ਲੱਗਦਾ ਹੈ ਕਿ ਜਿਹੜਾ ਮੁੱਦਾ ਤੁਸੀਂ ਉਠਾਇਆ ਹੋਵੇ ਉਸ ਮੁੱਦੇ ਨੂੰ ਇਸ ਤਰ੍ਹਾਂ ਦਾ ਹੁੰਗਾਰਾ ਮਿਲੇ, ਉਹ ਇੱਕ ਮੂਵਮੈਂਟ ਬਣੇ, ਚੰਗਾ ਲੱਗਦਾ। ਸਰਕਾਰ ਦਾ ਕਿਉਂ ਧਿਆਨ ਨਹੀਂ ਸਰਕਾਰੀ ਕਾਲਜਾਂ ਵੱਲ? ਕਿਉਂ ਸਰਕਾਰ ਭਰਤੀ ਨਹੀਂ ਕਰ ਰਹੀ ਇੰਨੇ ਲੰਮੇ ਸਮੇਂ ਤੋਂ? ਕਿਉਂ ਸਰਕਾਰ ਇਹਨਾਂ ਨੂੰ ਖਤਮ ਕਰਨ ਵੱਲ ਤੁਰੀ ਹੈ? ਦੇਖੋ ਗੱਲ ਇਹ ਹੈ, 1990 ਤੋਂ ਬਾਅਦ ਨਰਸਿਮਹਾ ਰਾਓ ਦੀ ਸਰਕਾਰ ਸੀ ਤੇ ਮਨਮੋਹਨ ਸਿੰਘ ਹੋਰੀ ਵਿੱਤ ਮੰਤਰੀ ਸਨ। ਉਦਾਰੀਕਰਨ, ਸੰਸਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਉਦੋਂ ਹਿੰਦੁਸਤਾਨ 'ਚ ਸ਼ੁਰੂ ਹੁੰਦੀਆਂ। ਠੀਕ ਹੈ ਜੀ। ਬਾਜ਼ਾਰ ਪਹਿਲੀ ਵਾਰ ਹਿੰਦੁਸਤਾਨ 'ਚ ਉਦੋਂ ਪ੍ਰਵੇਸ਼ ਕਰਦਾ। ਠੀਕ ਹੈ ਜੀ। ਹਾਲਾਂਕਿ ਉਹਦੇ ਤੱਤ ਜਿਹੜੇ ਨੇ ਉਹ ਪਹਿਲਾਂ ਵੀ ਪਏ ਨੇ। ਠੀਕ ਹੈ ਜੀ। ਹੁਣ ਬਾਜ਼ਾਰ ਦੀ ਇੱਕ ਪੱਕੀ ਨੀਤੀ ਹੈ, ਬਾਕੀ ਨੀਤੀਆਂ ਸਾਰੀਆਂ ਬਦਲਦੀਆਂ ਰਹਿੰਦੀਆਂ ਹੁੰਦੀਆਂ ਵੀ, ਪਰ ਇੱਕ ਪੱਕੀ ਨੀਤੀ ਹੈ। ਉਹ ਪੱਕੀ ਨੀਤੀ ਹੈ ਮੁਨਾਫਾ। ਸਰਕਾਰ ਮੁਨਾਫੇ ਲਈ ਨਹੀਂ ਹੁੰਦੀ, ਪਰ ਸਾਨੂੰ ਇਹ ਲੱਗਣ ਲਾਤਾ ਕਿ ਯਾਰ ਚੀਜ਼ਾਂ 'ਚੋਂ ਘਾਟਾ ਪੈ ਰਿਹਾ, ਲੱਗਣ ਲਾਤਾ। ਇਹ ਹੈ ਨਹੀਂ ਸੀ। ਤੁਸੀਂ ਇਹ ਦੇਖੋ ਕਿ 1991 ਤੋਂ ਬਾਅਦ ਜਿੰਨੀਆਂ ਨੀਤੀਆਂ ਬਣੀਆਂ ਪਿਛਲੇ 30 ਸਾਲਾਂ 'ਚ, ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਆਮ ਸਧਾਰਨ ਬੰਦੇ ਨੂੰ ਜ਼ਿੰਦਗੀ 'ਚੋਂ ਬਾਹਰ ਕੱਢ ਦੇਣਾ। ਜ਼ਿੰਦਗੀ 'ਚੋਂ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਹਾਸ਼ੀਏ 'ਤੇ ਕਰ ਦੇਣਾ। ਤੁਸੀਂ ਇਹ ਦੇਖੋ ਕਿ ਪ੍ਰਾਈਵੇਟ ਸਕੂਲ ਜਦੋਂ ਬਣਨ ਲੱਗੇ ਤਾਂ ਪ੍ਰਾਈਵੇਟ ਸਕੂਲ 'ਚ ਕੌਣ ਜਾਊਗਾ? ਪੈਸੇ ਵਾਲਾ। ਪ੍ਰਾਈਵੇਟ ਹਸਪਤਾਲ 'ਚ ਕੌਣ ਜਾਊਗਾ? ਪ੍ਰਾਈਵੇਟ ਬੱਸ 'ਚ ਕੌਣ ਬੈਠੂਗਾ? ਇੱਥੋਂ ਤੱਕ ਹੋ ਗਿਆ ਕਿ ਜਿਹੜੇ ਸਿਨੇਮੇ ਨੇ, ਮਨੋਰੰਜਨ ਦਾ ਇੱਕ ਸਸਤਾ ਸਾਧਨ ਸੀ, ਜਿਹੜਾ ਬੰਦਾ ਜਿਹਦੀ ਜੇਬ 'ਚ 2 ਰੁਪਏ ਹੁੰਦੇ ਸੀ ਉਹ ਵੀ ਫਿਲਮ ਦੇਖ ਸਕਦਾ ਸੀ। ਅੱਜ ਪੋਜੀਸ਼ਨ ਇਹ ਹੈ ਕਿ ਜੇ ਤੁਸੀਂ 5 ਜੀਆਂ ਦੇ ਇੱਕ ਪਰਿਵਾਰ ਨਾਲ ਜਾਣਾ ਤੇ 2000 ਰੁਪਇਆ ਘੱਟੋ ਘੱਟ ਚਾਹੀਦਾ। ਮਨੋਰੰਜਨ ਵੀ ਆਮ ਬੰਦੇ ਦੇ ਕੋਲੋਂ ਖੋਹ ਲਿਆ।
ਇਹ ਇੱਕ ਸੜਕਾਂ ਦੇ ਜਾਲ ਇਸ ਤਰ੍ਹਾਂ ਦੇ ਵਿਛਾਏ ਜਾ ਰਹੇ, ਛੋਟਾ ਰੋਡ ਕੋਈ ਨਹੀਂ ਬਣ ਰਿਹਾ, ਪਿੰਡਾਂ ਦੇ ਰੋਡ ਦੀ ਹਾਲਤ ਬਹੁਤ ਮਾੜੀ ਹੈ, ਪਰ ਹਾਈਵੇ ਬਣ ਰਹੇ ਨੇ, ਐਕਸਪ੍ਰੈਸਵੇ ਬਣ ਰਹੇ ਨੇ, ਫਲਾਈਓਵਰ ਬਣ ਰਹੇ ਨੇ। ਮਾੜਾ ਬੰਦਾ ਫਲਾਈਓਵਰ ਤੇ ਕਿਵੇਂ ਚੜ੍ਹ ਜੂ? ਮਾੜਾ ਬੰਦਾ ਐਕਸਪ੍ਰੈਸਵੇ ਤੇ ਕੀ ਸਾਈਕਲ ਲੈ ਕੇ ਕਿਵੇਂ ਚੱਲ ਜੂ? ਇੱਕ ਰੇਹੜੀ ਵਾਲਾ ਜਦੋਂ ਐਕਸਪ੍ਰੈਸਵੇ ਤੇ ਚੜੂ ਤੇ ਉਹਦਾ ਕੀ ਹਾਲ ਹੋਊਗਾ? ਇਹ ਸਥਿਤੀਆਂ ਨੇ। ਹੁਣ ਜਦੋਂ ਤੁਸੀਂ ਪ੍ਰਾਈਵੇਟ ਸਕੂਲ ਬਣਾਉਣੇ ਸ਼ੁਰੂ ਕਰਤੇ, ਪ੍ਰਾਈਵੇਟ ਹਸਪਤਾਲ ਬਣਾਉਣੇ ਸ਼ੁਰੂ ਕਰਤੇ, ਉਹ ਚੱਲਣਗੇ ਕਿਵੇਂ? ਕਿਸਾਨ ਇਸ ਵੇਲੇ ਦਿੱਲੀ 'ਚ ਲੜ ਰਹੇ ਨੇ ਨਾ ਕਿ ਮੰਡੀਆਂ ਤੁਸੀਂ ਤਬਾਹ ਕਰਨੀਆਂ ਨੇ। ਉਹ ਕਹਿੰਦੇ ਜੀ ਅਸੀਂ ਕਦੋਂ ਤਬਾਹ ਕਰ ਰਹੇ ਹਾਂ? ਅਸੀਂ ਤਾਂ ਮੰਡੀ ਦੇ ਮੁਕਾਬਲਤਨ ਇੱਕ ਹੋਰ ਮੰਡੀ ਦੇ ਰਹੇ ਹਾਂ ਤੁਹਾਨੂੰ, ਤੁਸੀਂ ਉੱਥੇ ਨਹੀਂ ਜਾਣਾ, ਉੱਥੇ ਚੱਲ ਜਾਓ। ਉਹਦੇ 'ਚ ਹੁਣ ਹੋਇਆ ਕੀ? ਸਰਕਾਰੀ ਸਕੂਲ ਚੱਲੂ ਕਿਉਂ? ਸੌਰੀ, ਪ੍ਰਾਈਵੇਟ ਸਕੂਲ ਜਿਹੜਾ ਕਿਉਂ ਚੱਲੂਗਾ? ਜੇ ਸਰਕਾਰੀ ਕਮਜ਼ੋਰ ਹੋਊਗਾ। ਤੇ ਸਰਕਾਰੀ ਕਮਜ਼ੋਰ ਕਰਨ ਦਾ ਤਰੀਕਾ ਕੀ ਹੈ? ਟੀਚਰ ਘਟਾ ਦਿਓ, ਟੀਚਰਾਂ ਦੇ ਉੱਤੇ ਹੋਰ ਕੰਮਾਂ ਦਾ ਬੋਝ ਪਾ ਦਿਓ। ਹੁਣ ਮਤਲਬ ਮਰਦਮਸ਼ੁਮਾਰੀ ਤੋਂ ਲੈ ਕੇ ਵੋਟਾਂ ਕੁਛ ਵੀ ਹੈ, ਉਹ ਸਾਰਾ ਕੁਝ ਪਿਛਲੇ ਦਿਨ ਤਾਂ ਸਰਕਾਰ ਨੇ ਬੜੇ ਅਜੀਬੋ-ਗਰੀਬ ਬੜੇ ਰੇਤੇ ਦੀਆਂ ਖੱਡਾਂ, ਸ਼ਰਾਬ ਦੇ ਜਾਂ ਡਿਸਟਿਲਰੀਆਂ ਦੀ ਚੈਕਿੰਗ, ਤੇ ਜਦੋਂ ਇਹਨਾਂ ਨੇ ਬਾਹਰ ਜੰਗਲ ਪਾਣੀ ਜਾਣਾ ਬੰਦ ਕਰਵਾਇਆ ਸੀ ਉਦੋਂ ਉਹਨਾਂ ਦੀ ਚੈਕਿੰਗ ਅਧਿਆਪਕਾਂ ਤੋਂ। ਮਤਲਬ ਐਜੂਕੇਸ਼ਨ 'ਚ ਕੰਮ ਨਹੀਂ ਕਰਨਾ, ਤੁਸੀਂ ਪੜ੍ਹਾਉਣਾ ਨਹੀਂ ਹੈ। ਤੁਸੀਂ ਜਦੋਂ ਪੜ੍ਹਾਈ ਖਤਮ ਹੋ ਗਈ ਤੇ ਬੰਦਾ ਕੀ ਕਰੂਗਾ? ਯਾਰ ਹੁਣ ਪ੍ਰਾਈਵੇਟ ਲੈ ਚੱਲਦੇ ਆ। ਹਸਪਤਾਲਾਂ 'ਚੋਂ ਡਾਕਟਰ ਖਤਮ ਕਰਤੇ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਕਿ ਡਿਸਪੈਂਸਰੀਆਂ ਦੇ ਵਿੱਚ ਡਾਕਟਰ ਜਿਹੜੇ ਨੇ ਉਹ ਅਪੁਆਇੰਟ ਕੀਤੇ, ਉੱਕਾ ਪੁੱਕਾ 50,000 ਤਨਖਾਹ, ਵਿੱਚੇ ਫਾਰਮਾਸਿਸਟ ਦੀ ਤਨਖਾਹ, ਵਿੱਚੇ ਕਲਾਸ 4 ਦੀ ਤਨਖਾਹ, ਵਿੱਚੇ ਦਵਾਈਆਂ ਦਾ ਖਰਚਾ ਕਰ ਲਓ, ਵਿੱਚੇ ਬਿਜਲੀ ਦਾ ਬਿੱਲ, ਸਾਰਾ ਕੁਝ ਵਿੱਚੇ। ਕੀ ਕਰੂਗਾ? ਕੌਣ ਡਾਕਟਰ ਟਿਕੂਗਾ ਤੁਹਾਡੇ ਕੋਲ? 50,000 ਰੁਪਈਏ 'ਚੋਂ ਇੰਨਾ ਖਰਚ ਕਰਕੇ ਕਿਹੜਾ ਡਾਕਟਰ ਤੁਹਾਡੇ ਕੋਲ ਟਿਕੂਗਾ? ਅਲਟੀਮੇਟਲੀ ਸਰਕਾਰੀ ਸੰਸਥਾਵਾਂ ਨੂੰ ਤਬਾਹ ਕਰਨਾ। ਸਰਕਾਰੀ ਸੰਸਥਾਵਾਂ ਤਬਾਹ ਹੋਣਗੀਆਂ ਤਾਂ ਪ੍ਰਾਈਵੇਟ ਕਾਲਜ ਚੱਲਣਗੇ। ਹੁਣ ਪ੍ਰਾਈਵੇਟ ਕਾਲਜ ਹੈ ਕਿਹਦੇ ਨੇ? ਜਾਂ ਇੰਡਸਟਰੀਅਲਿਸਟਾਂ ਦੇ, ਜਾਂ ਬਿਊਰੋਕਰੈਟਸ ਦੇ, ਜਾਂ ਪੋਲੀਟੀਸ਼ੀਅਨਸ ਦੇ। ਇਹ ਨੈਕਸਸ ਹੈ। ਇਹ ਆਪਦੇ ਖਿਲਾਫ ਹੀ ਨੀਤੀਆਂ ਕਿਉਂ ਬਣਾਉਣਗੇ? ਮਤਲਬ ਮੈਂ ਇੱਥੇ ਇੱਕ ਉਦਾਹਰਨ ਦਿੰਦਾ। ਇੱਕ ਪਿੰਡ ਦੇ ਵਿੱਚ, ਮੈਂ ਨਾਂ ਨਹੀਂ ਲੈਂਦਾ ਅਜੇ, ਇੱਕ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ 'ਚ 2 ਟੀਚਰ ਸੀ। ਐਜੂਕੇਸ਼ਨ ਅਫਸਰ ਉਸ ਪਿੰਡ ਦੀ ਲੱਗ ਗਈ। ਹੁਣ ਉਸ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਹਾਲਤ ਸੁਧਰਨੀ ਚਾਹੀਦੀ ਸੀ। ਉਹਦੇ ਆਪਣਾ ਪਿੰਡ ਹੈ, ਪਰ ਉਸ ਪਿੰਡ ਦੇ ਵਿੱਚ ਉਹਦੇ ਬੇਟੇ ਦਾ ਸਕੂਲ ਹੈ। ਉਹ ਦੋਵੇਂ ਟੀਚਰ ਪਿੰਡ 'ਚ ਟਿਕਣ ਹੀ ਨਹੀਂ ਦਿੱਤੇ ਤੇ ਉਹ ਸਕੂਲ ਬੰਦ ਕਰਵਾ ਕੇ ਸਾਹ ਲਿਆ। ਇਹ ਸਥਿਤੀ। ਹੁਣ ਪੰਜਾਬ ਦੇ ਕਾਲਜਾਂ ਦੇ ਵਿੱਚ ਕਿਸੇ ਸਬਜੈਕਟ ਦੇ ਪੂਰੇ ਪ੍ਰੋਫੈਸਰ ਨਹੀਂ ਹੈਗੇ, ਠੀਕ ਹੈ? ਕਿਸੇ ਤਰ੍ਹਾਂ ਦਾ ਇਨਫਰਾਸਟ੍ਰਕਚਰ ਨਹੀਂ। ਕਲਾਸ 4 ਦੀ ਭਰਤੀ ਹੋਈ ਨੂੰ 30 ਸਾਲ ਹੋ ਗਏ ਨੇ। ਕਾਹਦੇ ਸਿਰ ਤੇ ਚੱਲ ਰਹੇ ਹੋ ਤੁਸੀਂ? ਇਹਦਾ ਨੁਕਸਾਨ ਕਿਹਨੂੰ ਹੋਊਗਾ? ਨੁਕਸਾਨ ਉਹਨੂੰ ਹੋਊਗਾ ਜਿਹਦੇ ਕੋਲ ਪੈਸਾ ਨਹੀਂ ਹੈ, ਪੇਂਡੂ ਬੈਕਗਰਾਊਂਡ 'ਚੋਂ। ਹੁਣ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਇੱਕ ਐਗਰੀਕਲਚਰ ਯੂਨੀਵਰਸਿਟੀ ਹੈ, ਉਹਦੇ 'ਚ ਜਿੰਨੇ ਸਟੂਡੈਂਟ ਆਉਂਦੇ ਨੇ ਉਹ ਸਾਰੇ ਸ਼ਹਿਰੀ ਬੈਕਗਰਾਊਂਡ 'ਚੋਂ ਆਉਂਦੇ ਨੇ। ਪੇਂਡੂ ਬੈਕਗਰਾਊਂਡ 'ਚ ਉੱਥੇ ਸਟੂਡੈਂਟ ਆ ਹੀ ਨਹੀਂ ਪਾਉਂਦਾ, ਕਿਉਂਕਿ ਉਹਦੇ ਕੋਲ ਬਰਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਸਭ ਤੋਂ ਪੁਰਾਣਾ ਐਗਰੀਕਲਚਰ ਯੂਨਿਟ ਹੈ, ਪਰ ਉਹ ਵੀ ਬੰਦ ਕਰਨ ਦੀਆਂ ਤਿਆਰੀਆਂ ਨੇ। ਇਸ ਕਰਕੇ ਇਹ ਲੜਾਈ ਜਿਹੜੀ ਇਸ ਵੇਲੇ ਪੰਜਾਬ ਦੇ ਉਹ ਨੌਜਵਾਨ ਜਿਹੜੇ ਯੋਗਤਾ ਜਿਨ੍ਹਾਂ ਦੀ ਪੂਰੀ ਹੋ ਚੁੱਕੀ ਹੈ ਉਹ ਲੜ ਰਹੇ ਨੇ, ਉਹ ਨਿਰਸੰਦੇਹ ਆਪਦੇ ਰੁਜ਼ਗਾਰ ਲਈ ਲੜ ਰਹੇ ਨੇ। ਪਰ ਇਹ ਲੜਾਈ ਅਸਲ ਵਿੱਚ ਇਕੱਲੇ ਉਹਨਾਂ ਦੇ ਰੁਜ਼ਗਾਰ ਦੀ ਨਹੀਂ ਹੈ। ਲੜਾਈ ਅਸਲ ਦੇ ਵਿੱਚ ਪੂਰੀ ਦੀ ਪੂਰੀ ਇਸ ਪੰਜਾਬ ਖਿੱਤੇ ਦੀ ਐਜੂਕੇਸ਼ਨ ਨੂੰ, ਇਹਦੀ ਜਵਾਨੀ ਨੂੰ ਬਚਾਉਣ ਦੀ ਲੜਾਈ ਹੈ। ਮੈਂ ਹੈਰਾਨ ਹੁੰਨਾ ਕਿ ਸਾਡੀਆਂ 2 ਨਸਲਾਂ ਤਬਾਹ ਹੋ ਗਈਆਂ ਐਜੂਕੇਸ਼ਨ ਦੇ ਸਵਾਲ ਤੇ, ਤਬਾਹ ਹੋ ਗਈਆਂ। ਅਸੀਂ ਉਸ ਖਿੱਤੇ ਦੇ ਲੋਕ ਹਾਂ ਜਿਹੜੇ ਵੱਟ ਤੋਂ ਜੇ ਕੋਈ ਮਿੱਟੀ ਚੱਕ ਕੇ ਲੈ ਜੇ ਤਾਂ ਅਸੀਂ ਗੱਲ ਪੈ ਜਾਂਦੇ ਹਾਂ, ਠੀਕ ਹੈ? ਟੱਪਾ ਮਿੱਟੀ ਦਾ ਨਹੀਂ ਦਿੰਦੇ। ਅਸੀਂ ਆਪਦੀਆਂ ਜਵਾਨੀਆਂ ਤਬਾਹ ਕਰਾ ਕੇ ਅਜੇ ਵੀ ਅਸੀਂ ਇਹਨਾਂ ਪਾਰਟੀਆਂ ਦੇ ਮਗਰ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਉਣੇ ਫਿਰਦੇ ਹਾਂ। ਅਸੀਂ ਪਹੁੰਚ ਕਿੱਥੇ ਗਏ ਹਾਂ?
ਸਾਨੂੰ ਵੰਡਿਆ ਬਹੁਤ ਬੁਰੀ ਤਰ੍ਹਾਂ। ਅੱਜ ਤੋਂ 25 ਸਾਲ ਪਹਿਲਾਂ ਪੰਜਾਬ ਦੇ ਕਿਸੇ ਪਿੰਡ ਵਿੱਚ ਇਲੈਕਸ਼ਨ ਹੁੰਦੇ ਸੀ, ਇੱਕ ਹੀ ਬੂਥ ਲੱਗਦਾ ਸੀ, ਵੋਟ ਜਿੱਧਰ ਮਰਜ਼ੀ ਪਾਓ, ਬੂਥ ਇੱਕ ਹੁੰਦਾ ਸੀ, ਸਾਰੇ ਉੱਥੇ ਹੀ ਬਹਿੰਦੇ ਸੀ। ਅੱਜ ਇੱਕੋ ਪਾਰਟੀ ਦਾ ਇੱਕ ਬੂਥ ਨਹੀਂ ਲੱਗਦਾ। ਅਸੀਂ ਐਂ ਧੜਿਆਂ ਦੇ ਵਿੱਚ ਵੰਡਦੇ, ਉਹ ਤਾਂ ਖੁਸ਼ ਨੇ। ਪੰਜਾਬ ਦੇ ਵਿੱਚ 1947 ਤੋਂ ਬਾਅਦ ਗਲੀਆਂ, ਨਾਲੀਆਂ, ਫਲਸ਼ਾਂ, ਲਾਈਟਾਂ, ਇਹ ਤੋਂ ਵੱਧ ਕੀ ਕੀਤਾ? ਸਹੀ ਗੱਲ ਹੈ, ਇਹੀ ਮੁੱਦੇ ਹੈ, ਇਹੀ ਮੁੱਦੇ ਨੇ। ਲੋਕ ਸਭਾ 'ਚ ਵੀ ਇਹੀ ਮੁੱਦੇ ਨੇ, ਵਿਧਾਨ ਸਭਾ 'ਚ ਵੀ ਇਹੀ ਮੁੱਦੇ ਨੇ, ਤੇ ਕਮੇਟੀ ਦੀਆਂ ਚੋਣਾਂ 'ਚ ਵੀ ਇਹੀ ਮੁੱਦੇ ਨੇ। ਸੁਚੇਤ ਤੌਰ ਤੇ ਪੰਜਾਬ ਦੀ ਹਾਇਰ ਐਜੂਕੇਸ਼ਨ ਨੂੰ ਹੁਣ ਤੇ ਖੋਰਾ ਥੱਲਿਓਂ ਵੀ ਲੱਗ ਰਿਹਾ ਨਾ। ਜਿਹੜੀ ਪ੍ਰਾਇਮਰੀ ਤੇ ਹਾਇਰ ਸੈਕੰਡਰੀ ਦੀ ਐਜੂਕੇਸ਼ਨ ਹੈ, ਉਹ ਵੀ ਖਤਮ ਕਰ ਰਹੀ ਆ। ਉਹ ਹੋਰ ਤਰੀਕੇ ਨਾਲ ਖਤਮ ਕੀਤੀ ਜਾ ਰਹੀ ਆ। ਭਾਵੇਂ ਅਸੀਂ ਦਾਅਵਾ ਇਹ ਕਰ ਰਹੇ ਹਾਂ ਕਿ ਅਸੀਂ ਇਸ ਵੇਲੇ ਹਿੰਦੁਸਤਾਨ ਭਰ 'ਚੋਂ ਪਹਿਲੇ ਨੰਬਰ 'ਤੇ ਆ, ਉਹ ਕਿਵੇਂ ਆ ਉਹਦਾ ਜਾਇਜ਼ਾ ਵੀ ਕਦੇ ਫੇਰ ਲਵਾਂਗੇ। ਪਰ ਪੰਜਾਬ ਦੀ ਐਜੂਕੇਸ਼ਨ, ਹੁਣ ਤੁਸੀਂ ਰੋਂਦੇ ਹੋ ਵੀ ਤੁਹਾਡੇ ਬੱਚੇ ਬਾਹਰ ਜਾ ਰਹੇ ਨੇ, ਕੀ ਕਰਨਗੇ ਬੱਚੇ ਇੱਥੇ? ਤੁਹਾਡੇ ਹਸਪਤਾਲਾਂ 'ਚ ਡਾਕਟਰ ਨਹੀਂ, ਤੁਹਾਡੇ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ, ਤੁਹਾਡੇ ਕਾਲਜਾਂ 'ਚ ਲੈਕਚਰਾਰ ਨਹੀਂ, ਠੀਕ ਹੈ, ਤੁਹਾਡੇ ਕੋਲ ਕੋਈ ਸੁਵਿਧਾ ਨਹੀਂ, ਕੀ ਕਰਨਗੇ ਬੱਚੇ ਤੁਹਾਡੇ? ਅਖੀਰ ਉਹ ਬਾਹਰ ਜਾਣਗੇ। ਔਰ ਸਾਡੀਆਂ ਸਰਕਾਰਾਂ ਇਸ ਗੱਲ 'ਤੇ ਖੁਸ਼ ਨੇ। ਉਹ ਤਾਂ ਸਾਡੇ ਕਾਲਜਾਂ ਦੇ ਵਿੱਚ ਆਇਲਟਸ ਸੈਂਟਰ ਖੋਲ੍ਹਣ ਦੀਆਂ ਤਿਆਰੀਆਂ ਕਰ ਰਹੇ ਨੇ। ਇਹ ਕਹਿੰਦੇ, ਅਸੀਂ ਲੜ ਰਹੇ ਸੀਗੇ ਸਰਕਾਰ ਦੇ ਨਾਲ ਕਿ ਜੀ ਪਹਿਲੀ ਤੋਂ 5ਵੀਂ ਤੱਕ ਪੰਜਾਬੀ 'ਚ ਪੜ੍ਹਾਈ ਹੋਣੀ ਚਾਹੀਦੀ ਹੈ। ਸਰਕਾਰ ਕਹਿੰਦੀ ਅੰਗਰੇਜ਼ੀ 'ਚ ਕਰਨੀ ਹੈ। ਅਸੀਂ ਕਹਿੰਦੇ ਹਾਂ ਵੀ ਤੁਸੀਂ ਅੰਗਰੇਜ਼ੀ 'ਚ ਕਰ ਲਓ, ਤੁਸੀਂ ਇਸ ਸੂਬੇ ਦੀ ਭਾਸ਼ਾ ਹੀ ਅੰਗਰੇਜ਼ੀ ਬਣਾ ਦਿਓ। ਪਰ ਅੰਗਰੇਜ਼ੀ ਪੜ੍ਹਾਊ ਕੌਣ? ਪੰਜਾਬ ਦੇ 12,000 ਤੋਂ ਵੱਧ ਸਕੂਲਾਂ ਦੇ ਵਿੱਚ ਕੀ ਸਾਰਿਆਂ 'ਚ ਅੰਗਰੇਜ਼ੀ ਦਾ ਇੱਕ ਟੀਚਰ ਹੈ? ਪੰਜਾਬ 'ਚ 1,000 ਤੋਂ ਵੱਧ ਅੰਗਰੇਜ਼ੀ ਦਾ ਟੀਚਰ ਨਹੀਂ ਹੈ। ਹਾਈ ਸਕੂਲ ਤੱਕ SS ਵਾਲੇ ਪੜ੍ਹਾ ਰਹੇ ਨੇ ਅੰਗਰੇਜ਼ੀ ਦੀ ਸਪੈਸ਼ਲਾਈਜ਼ੇਸ਼ਨ। ਮਤਲਬ ਤੁਸੀਂ ਜੇ ਅੰਗਰੇਜ਼ੀ ਪੜ੍ਹੇ ਤਾਂ ਅੰਗਰੇਜ਼ੀ ਚੱਜ ਨਾਲ ਪੜ੍ਹਾ ਲਓ, ਕੋਈ ਗੱਲ ਨਹੀਂ। ਪਰ ਅਸਲ ਵਿੱਚ ਇਹ ਹੈ ਕਿ ਤੁਸੀਂ ਪੜ੍ਹਾਉਣਾ ਨਹੀਂ ਚਾਹੁੰਦੇ, ਤੁਸੀਂ ਸਿਰਫ ਗਧੀ ਗੇਟ 'ਚ ਪਾ ਕੇ ਰੱਖਣਾ ਚਾਹੁੰਦੇ ਹੋ। ਠੀਕ ਹੈ, ਪੰਜਾਬ ਦੇ ਵਿੱਚ ਇਸ ਵੇਲੇ ਲੈਕਚਰਰ ਦੀਆਂ 4 ਤਰ੍ਹਾਂ ਦੀਆਂ ਕੈਟਾਗਰੀਆਂ ਨੇ। ਠੀਕ ਹੈ, ਪਰਮਾਨੈਂਟ ਲੈਕਚਰਰ, ਐਡਹੌਕ ਤੇ, ਕੰਟਰੈਕਟ ਤੇ ਗੈਸਟ ਫੈਕਲਟੀ। ਕਿਸੇ ਨੂੰ ਤੁਸੀਂ ਰੋਜ਼ ਦੀ ਤਨਖਾਹ ਦਿੰਦੇ ਹੋ, ਕਿਸੇ ਨੂੰ ਤੁਸੀਂ ਪੀਰੀਅਡ ਦੀ ਤਨਖਾਹ ਦਿੰਦੇ ਹੋ, ਕਿਸੇ ਨੂੰ ਤੁਸੀਂ ਸਾਲ ਦੇ ਵਿੱਚ 7 ਮਹੀਨੇ ਦੀ ਤਨਖਾਹ ਦਿੰਦੇ ਹੋ, ਕੋਈ ਪੂਰੀ ਤਨਖਾਹ ਲੈ ਰਿਹਾ। 4 ਤਰ੍ਹਾਂ ਦੀਆਂ ਨੇ। ਇਹ ਬਹੁਤ ਵੱਡਾ ਸੰਕਟ ਹੈ। ਇਹ ਕੀਤਾ ਕਿਉਂ ਗਿਆ? ਕਿਉਂਕਿ ਲੋਕਾਂ ਨੂੰ ਪਾੜ ਕੇ ਰੱਖੋ। ਜੇ ਗੈਸਟ ਵਾਲੇ ਕੋਈ ਹੱਕ ਮੰਗਣਗੇ ਤਾਂ ਐਡਹੌਕ ਵਾਲੇ ਕਹਿਣਗੇ ਪਹਿਲਾਂ ਸਾਨੂੰ ਦਿਓ। ਜੇ ਕੰਟਰੈਕਟ ਵਾਲੇ ਬੋਲਣਗੇ ਤਾਂ ਗੈਸਟ ਫੈਕਲਟੀ ਵਾਲੇ ਕਹਿਣਗੇ ਸਾਨੂੰ ਦਿਓ। ਪਾੜ ਕੇ ਰੱਖਣਾ। ਇਸ ਕਰਕੇ ਇਹ ਇਸ ਵੇਲੇ ਮੌਕਾ ਹੈ। ਪੰਜਾਬ ਦੇ ਲੋਕਾਂ ਕੋਲੇ ਸਿਰਫ ਤੇ ਸਿਰਫ 90 ਦਿਨ ਨੇ, ਅਕਤੂਬਰ ਤੱਕ ਦਾ ਸਮਾਂ ਹੈ। ਜੇ ਉਹ ਆਪਦੇ ਕਾਲਜਾਂ ਨੂੰ ਬਚਾ ਸਕਦੇ ਨੇ, ਜੇ ਉਹ ਆਪਦੇ ਕਾਲਜਾਂ ਨੂੰ ਬਚਾਉਣ ਦੀ ਲੜਾਈ ਲੜ ਸਕਦੇ ਨੇ, ਤਾਂ ਉਹ ਇਹ ਲੜਾਈ ਇਹਨਾਂ 90 ਦਿਨਾਂ 'ਚ ਲੜੀ। ਜਿਸ ਦਿਨ ਇਲੈਕਸ਼ਨ ਹੋ ਗਏ ਉਸ ਤੋਂ ਬਾਅਦ ਪੌਣੇ 5 ਸਾਲ ਫਿਰ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਬਹੁਤ ਸਾਫ਼ ਜੀ ਗੱਲ। ਔਰ 1925 ਤੱਕ ਇਹ ਜਿਹੜੇ ਟੀਚਰ ਨੇ, ਜਿਹੜੇ 347 ਨੇ, ਇਹਨਾਂ 'ਚੋਂ 200 ਤੋਂ ਵੱਧ ਟੀਚਰ ਰਿਟਾਇਰ ਹੋ ਜਾਣੇ। ਠੀਕ ਹੈ, 2025 ਤੱਕ 100-125 ਦੇ ਕਰੀਬ ਲੈਕਚਰਰ ਰਹਿ ਜਾਣਾ ਪੰਜਾਬ 'ਚ। ਲਾਈ ਚੱਲੋ ਨਾਰੇ, ਚਾਹੇ ਉਹ ਸਿੱਧੂ ਵਰਸਸ ਕੈਪਟਨ ਹੈ, ਚਾਹੇ ਉਹ ਬਾਦਲ ਵਰਸਸ ਕੈਪਟਨ ਹੈ, ਚਾਹੇ ਉਹ ਆਪ ਨਾਰੇ ਲਾਈ ਚੱਲੋ। ਹਾਲਤ ਬਦਤਰ ਹੋ ਰਹੀ ਹੈ। ਲੜਾਈ ਜਿਹੜੀ ਉਹ ਬਹੁਤ ਤੇਜ਼ੀ ਨਾਲ ਲੜੀ ਜਾਣੀ ਜ਼ਰੂਰੀ ਹੈ। ਇਹ ਹੈ ਸਾਰਾ ਮਸਲਾ। ਤਾਂ ਗੱਲਬਾਤ ਕੀਤੀ ਹਰਮੀਤ ਵਿਦਿਆਰਥੀ ਜੀ ਨਾਲ, ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਮਝਾਇਆ। ਨਾਲ ਹੀ ਉਹਨਾਂ ਅਪੀਲ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਕਿ 90 ਦਿਨ ਦਾ ਸਮਾਂ ਬਾਕੀ ਹੈ ਤੁਹਾਡੇ ਕੋਲ। ਜੇ ਤੁਸੀਂ ਆਪਣੇ ਸਰਕਾਰੀ ਕਾਲਜ ਬਚਾਉਣੇ ਆ, ਜੇ ਤੁਸੀਂ ਉਚੇਰੀ ਸਿੱਖਿਆ ਬਚਾਉਣੀ ਹੈ। ਉਹਨਾਂ ਦੱਸਿਆ ਕਿ ਕਿਵੇਂ ਪੰਜਾਬ ਦੇ 47 ਕਾਲਜਾਂ ਕੋਲ ਸਿਰਫ 350 ਦੇ ਕਰੀਬ ਹੀ ਪ੍ਰੋਫੈਸਰ ਰਹਿ ਚੁੱਕਿਆ ਹੈ, 350 ਦੇ ਕਰੀਬ ਲੈਕਚਰਾਰ ਹੈ ਜੋ ਰੈਗੂਲਰ ਹੈ, ਅਤੇ ਲਗਾਤਾਰ ਉਹਨਾਂ ਦੇ ਵਿੱਚ ਵੀ ਉਹਨਾਂ ਕਿਹਾ ਕਿ 2025 ਤੱਕ ਜੇ ਨਾ ਸਾਂਭਿਆ ਤਾਂ ਇੱਥੇ 100 ਦੇ ਕਰੀਬ ਪ੍ਰੋਫੈਸਰਾਂ ਨਾਲ ਸਾਰੇ ਕਾਲਜ ਚਲਾਉਣੇ ਪੈਣਗੇ। ਬੜੇ ਵੱਡੇ ਅੰਕੜੇ ਪੇਸ਼ ਕੀਤੇ ਆ। ਬੜਾ ਵੱਡਾ ਮੁੱਦਾ ਹੈ।
ਜੇਕਰ ਇਸ ਮੁੱਦੇ ਨੂੰ ਨਾ ਅਸੀਂ ਉਠਾ ਸਕੇ, ਜੇਕਰ ਇਸ ਮੁੱਦੇ ਤੇ ਅਸੀਂ ਨਾ ਕੰਮ ਕਰ ਸਕੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਤੋਂ ਜਿਹੜੀ ਮੁਫਤ ਸਿੱਖਿਆ ਹੈ, ਸਸਤੀ ਸਿੱਖਿਆ ਹੈ, ਉਚੇਰੀ ਸਿੱਖਿਆ ਹੈ, ਉਹ ਖੋਹ ਲਈ ਜਾਊਗੀ, ਕਿਉਂਕਿ ਸਰਕਾਰਾਂ ਕਾਰਪੋਰੇਟਾਂ ਦੀਆਂ ਨੀਤੀਆਂ ਤੇ ਕੰਮ ਕਰ ਰਹੀਆਂ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ, ਫਿਰੋਜ਼ਪੁਰ।